बहुत खुशी है। आ देखो मेरे कपड़े को नहीं लगता तुहानू मैं तैयार हो गया अज। मैनू पहला लग्या कि फेक न्यूज़ है। मैं 5 मिनट मोदी साहब का भाषण सुनिया, उन्होंने पहला आपकी वो गलबात करन लग गए जो रौला पै गया सी रिपील हो गए। फिर जो थोड़ी जी अगे गई, जो उन्होंने कहा कि ना तो असीं किसी को गलत कहांगे ना असीं किसी को सही कहांगे, किसी को समझा नहीं सके, बट लीव इट, गल मुक्की, जो हो गया। असीं माफी चाहुंदे। ਵੱਡੀ ਗੱਲ ਇਹ ਹੈ ਕਿ ਮਾਫੀ, ਬਕਾਇਦਾ ਮਾਫੀ ਮੰਗੀ ਉਹਨਾਂ ਨੇ ਕਿਸਾਨਾਂ ਤੋਂ ਤੇ ਇਹ ਕਿਹਾ ਕਿ ਨਾ ਡੈਡ ਨਾ ਸਸਪੈਂਡ, ਸਿੱਧੇ ਰਿਪੀਲ ਕਰਾਂਗੇ। ਤੋਂ ਸਾਡੀ ਇਹ ਤੋਂ ਵੱਡੀ ਜਿੱਤ। ਇੱਥੋਂ ਅਸੀਂ ਜਿਵੇਂ ਲੱਖਾਂ ਦੀ ਗਿਣਤੀ 'ਚ ਇੱਥੇ ਪਹੁੰਚੇ ਸੀ, ਇੱਥੋਂ ਲੱਖਾਂ ਦੀ ਗਿਣਤੀ 'ਚ ਵਾਪਸ ਜਾਵਾਂਗੇ। ਇਹ ਨਾ ਹੋਵੇ ਕਿ ਅਸੀਂ ਇੱਥੋਂ ਹਜ਼ਾਰਾਂ ਦੀ ਗਿਣਤੀ 'ਚ ਵਾਪਸ ਜਾਈਏ। ਅੱਜ ਇਹਨਾਂ ਦੇ ਚਿਹਰਿਆਂ ਤੇ ਤੁਸੀਂ ਖੁਸ਼ੀ ਦੇਖ ਸਕਦੇ ਹੋ। ਇਤੋਂ ਵੱਡਾ ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਕੋਈ मैं खुशी का माहौल वध नहीं देखा। ਅਸੀਂ ਇਸ ਵਕਤ ਸਿੰਘੂ ਬਾਰਡਰ ਖੜੇ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਮੇਜਰ ਰਿਪੀਲ ਹੋਣਗੇ। ਜਸ ਬਾਜਵਾ ਵਿਸ਼ੇਸ਼ ਪਹੁੰਚੇ ਨੇ, ਵਿਸ਼ੇਸ਼ ਤੌਰ ਤੇ। ਜਸ, ਕਿੰਨੀ ਖੁਸ਼ੀ ਹੈ? बहुत खुशी है। आ देखो मेरे कपड़े को नहीं लगता तुहानू मैं तैयार हो गया अज। तैयार मैं कहा टौर कट के जाना है, चाहे जो मर्जी हो जाए। वो कहते नहीं यार लीडर लगेगा, मैं कहा कुछ नहीं होंदा। सो इन्नी खुशी है मैं दस नहीं सकता। पहला तो गुरपुरब दी बहुत बहुत बधाइयां, गुरु साहब के जन्म दिवस दियां। उस तो बाद जो सवेरे सुनेहा आया, मैनू फोन आया, मैं सुता पिया सी रात, किते प्रोग्राम ते सी लेट हो गए। सवेरे रात गुरपुरब सी, मैं महाराज की पोस्ट पाई तो मैं अरदास की भी रब्बा ਤੁਹਾਡਾ ਜਨਮ ਦਿਨ ਹੈ, ਤੁਸੀਂ ਦੁਨੀਆ ਦੇ ਮਾਲਕ ਹੋ, ਤੁਸੀਂ ਕੁਝ ਵੀ ਕਰ ਸਕਦੇ ਹੋ। ਸਵੇਰੇ ਅਰਦਾਸਾਂ ਰੋਜ਼ ਪੰਜਾਬ ਦੀਆਂ ਲੱਖਾਂ ਮਾਵਾਂ ਲੱਖਾਂ ਬਜ਼ੁਰਗ ਸਾਡੇ ਕਰਦੇ ਆ। ਮੈਂ ਬੇਨਤੀ ਕੀਤੀ ਮਹਾਰਾਜ ਨੂੰ ਕਿ ਰੱਬਾ ਸਵੇਰੇ ਕੋਈ ਖੁਸ਼ੀ ਦੀ ਖਬਰ ਆਵੇ, ਜਿਹੜੇ ਭਰਾ ਬਾਰਡਰਾਂ ਤੇ ਬੈਠੇ ਨੇ ਉਹਨਾਂ ਲਈ ਸੁੱਖ ਦਾ ਸੁਨੇਹਾ ਆਵੇ, ਤੇ ਸੱਚੀ ਨੂੰ ਆਇਆ। ਮੈਨੂੰ ਇੰਨੀ ਦਿਲੋਂ ਖੁਸ਼ੀ ਹੋਈ, ਸ਼ੁਕਰਾਨਾ ਕੀਤਾ ਸਭ ਤੋਂ ਪਹਿਲਾਂ ਵਾਹਿਗੁਰੂ ਦਾ। ਸਿੱਧਾ ਗੁਰਦੁਆਰੇ ਸਾਹਿਬ ਮੱਥਾ ਟੇਕਿਆ ਤੇ ਉਦੋਂ ਬਾਅਦ ਸਿੱਧਾ ਇੱਥੇ ਪਹੁੰਚੇ ਆ ਤੇ ਲੱਡੂਆਂ ਦੇ ਡੱਬੇ ਗੱਡੀ 'ਚ ਪਏ ਆ। ਜਿੱਥੇ ਕਿਤੇ ਭਰਾ ਮਿਲਦੇ ਆ ਵੰਡਦੇ ਹੀ ਆਉਨੇ ਆ। ਜਾਓ ਕੱਢ ਕੇ ਲੈ ਕੇ ਆਓ ਗੱਡੀ 'ਚੋਂ। ਜਸ, ਮੈਂ ਸਾਰਿਆਂ ਨੂੰ ਇੱਕ ਸਵਾਲ ਪੁੱਛ ਰਿਹਾ ਜਿਨ੍ਹਾਂ ਨੂੰ ਮੈਂ ਕਿਹਾ ਪਹਿਲੀ ਵਾਰ ਜਦੋਂ ਐਲਾਨ ਹੁੰਦਾ, ਪਹਿਲੀ ਵਾਰ 'ਚ ਵਿਸ਼ਵਾਸ ਆ ਗਿਆ ਸੀ ਕਿ ਵੀਡੀਓ ਦੁਬਾਰਾ ਰਿਪੀਟ ਕਰਕੇ ਸੁਣੀ ਆ? ਮੈਨੂੰ ਪਹਿਲਾਂ ਲੱਗਿਆ ਕਿ ਫੇਕ ਨਿਊਜ਼ ਹੈ। ਮੈਂ 5 ਮਿੰਟ ਮੋਦੀ ਸਾਹਿਬ ਦਾ ਭਾਸ਼ਣ ਸੁਣਿਆ, ਉਹਨਾਂ ਨੇ ਪਹਿਲਾਂ ਆਪਦੀ ਉਹ ਗੱਲਬਾਤ ਕਰਨ ਲੱਗੇ ਜਦੋਂ ਰੌਲਾ ਪੈ ਗਿਆ ਸੀ ਕਿ ਰਿਪੀਲ ਹੋ ਗਏ। ਫਿਰ ਜਦੋਂ ਥੋੜੀ ਜਿਹੀ ਅੱਗੇ ਗਈ, ਜਦੋਂ ਉਹਨਾਂ ਨੇ ਕਿਹਾ ਕਿ ਨਾ ਤਾਂ ਅਸੀਂ ਕਿਸੇ ਨੂੰ ਗਲਤ ਕਹਾਂਗੇ ਨਾ ਅਸੀਂ ਕਿਸੇ ਨੂੰ ਸਹੀ ਕਹਾਂਗੇ, ਕਿਸੇ ਨੂੰ ਸਮਝਾ ਨਹੀਂ ਸਕੇ, ਬਟ ਲੀਵ ਇਟ, ਗੱਲ ਮੁੱਕੀ, ਜੋ ਹੋ ਗਿਆ। ਅਸੀਂ ਮਾਫੀ ਚਾਹੁੰਦੇ ਹਾਂ। ਵੱਡੀ ਗੱਲ ਇਹ ਹੈ ਕਿ ਮਾਫੀ, ਬਕਾਇਦਾ ਮਾਫੀ ਮੰਗੀ ਉਹਨਾਂ ਨੇ ਕਿਸਾਨਾਂ ਤੋਂ ਤੇ ਇਹ ਕਿਹਾ ਕਿ ਨਾ ਡੈਡ ਨਾ ਸਸਪੈਂਡ, ਸਿੱਧੇ ਰਿਪੀਲ ਕਰਾਂਗੇ। ਤੋਂ ਸਾਡੀ ਇਹ ਤੋਂ ਵੱਡੀ ਜਿੱਤ, ਜਿਹੜਾ ਪਿਛਲੇ ਲੰਮੇ ਸਮੇਂ ਤੋਂ ਗੱਲਬਾਤ ਟੁੱਟੀ ਹੋਈ ਸੀ, ਉਹ ਸਿੱਧੀ ਅੱਜ ਕਾਨੂੰਨ ਰਿਪੀਲਾਂ ਤੇ ਆ ਕੇ ਮੁੱਕ ਗਈ। ਤੇ MSP ਤੇ ਉਹਨਾਂ ਨੇ ਕਿਹਾ ਕਿ ਸੂਬਿਆਂ ਦੇ ਵੀ ਚੰਗੇ ਜਿਹੜੇ ਖੇਤੀ ਰਿਸਰਚਰ ਨੇ, ਖੇਤੀ ਤੇ ਸਰਚ ਕਰਦੇ ਆ, ਉਹ ਲੋਕ ਲਵਾਂਗੇ, ਸਰਕਾਰੀ ਨੁਮਾਇੰਦੇ ਵੀ ਲਵਾਂਗੇ, ਵਿੱਚੋਂ ਸਾਡੇ ਕਿਸਾਨ ਆਗੂ ਵੀ ਹੋਣਗੇ। ਸੋ MSP ਤੇ, ਕਿਉਂਕਿ ਬਾਕੀ ਸੂਬੇ ਜਿਹੜੇ ਸਾਡੇ ਨਾਲ ਖੜੇ ਆ ਪੰਜਾਬ ਹਰਿਆਣੇ ਨੂੰ ਛੱਡ ਕੇ, ਉਹ ਲੜਾਈ MSP ਦੀ ਸਭ ਤੋਂ ਵੱਡੀ ਹੈ। ਸੋ ਅੱਜ ਸਾਡਾ ਇਹ ਇੱਥੇ ਇਮਤਿਹਾਨ ਆ ਕਿ ਅਸੀਂ ਉਹਨਾਂ ਨਾਲ ਡਟ ਕੇ ਖੜਾਂਗੇ ਤੇ MSP ਤੇ ਜਿਹੜੀ ਕਮੇਟੀ ਬਣੂਗੀ, ਬੇਨਤੀ ਕਰਾਂਗੇ ਹੁਣ ਉਹਨਾਂ ਨੂੰ ਕਿ ਟਾਈਮ ਬਾਉਂਡ, ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਸਰਕਾਰਾਂ ਤੋਂ ਜੋ ਕੁਝ ਮਰਜ਼ੀ ਕਰਵਾ ਲਓ, ਇੱਕ ਟਾਈਮ ਬਾਉਂਡ ਹੋਣਾ ਚਾਹੀਦਾ ਹੈ ਉਸ ਕਮੇਟੀ ਦਾ ਕਿ MSP ਤੇ ਕਾਨੂੰਨ ਬਣਾ ਕੇ ਬਕਾਇਦਾ ਸਾਡੇ ਹੱਥਾਂ 'ਚ ਧਰਨ। ਨਾਲ ਦੀ ਨਾਲ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਵੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ, ਜਿਵੇਂ ਅਸੀਂ 26 ਤਰੀਕ ਨੂੰ ਇੱਥੇ ਆਏ ਸੀ, ਸਾਰਾ ਪੰਜਾਬ ਇਹਨਾਂ ਬਾਰਡਰਾਂ ਤੇ ਆਵੇ ਤੇ ਇੱਥੋਂ ਅਸੀਂ ਜਿਵੇਂ ਲੱਖਾਂ ਦੀ ਗਿਣਤੀ 'ਚ ਇੱਥੇ ਪਹੁੰਚੇ ਸੀ, ਇੱਥੋਂ ਲੱਖਾਂ ਦੀ ਗਿਣਤੀ 'ਚ ਵਾਪਸ ਜਾਵਾਂਗੇ। ਇਹ ਨਾ ਹੋਵੇ ਕਿ ਅਸੀਂ ਇੱਥੋਂ ਹਜ਼ਾਰਾਂ ਦੀ ਗਿਣਤੀ 'ਚ ਵਾਪਸ ਜਾਈਏ। ਕੀ ਲੱਗਦਾ ਹੈ ਕਿ ਇਹ ਜਿਹੜਾ ਰਿਪੀਲ ਦਾ ਸ਼ਬਦ ਸਰਕਾਰ ਆਪ ਲੈ ਰਹੀ ਹੈ, ਇਹ ਚੋਣਾਂ ਤੋਂ ਡਰ ਤੋਂ ਲੈ ਰਹੀ ਹੈ ਜਾਂ ਵਾਕਈ ਕਿਸਾਨਾਂ ਦਾ ਹੇਜ ਆ ਗਿਆ? ਦੇਖੋ ਬਾਈ ਜੀ, ਤੁਸੀਂ ਕਹਿ ਲਓ ਕਿ ਸਰਕਾਰੀ ਤੰਤਰ ਜਦੋਂ ਇੱਕ ਪਾਰਟੀ ਬਣ ਜਾਂਦੀ ਆ, ਸਟਰਕਚਰ ਤਿਆਰ ਹੋ ਜਾਂਦਾ, ਤਾਂ ਵੋਟਾਂ ਦੀ ਰਾਜਨੀਤੀ ਤਾਂ ਦੇਖੋ ਹੁੰਦੀ ਆ। ਪਹਿਲੀ ਗੱਲ, 5 ਸੂਬਿਆਂ ਦੀਆਂ ਵੋਟਾਂ ਸਿਰ ਤੇ ਨੇ। ਪਰ ਦੂਜੀ ਗੱਲ ਇਹ ਹੈ ਕਿ ਤੁਸੀਂ ਨੈਸ਼ਨਲ ਮੀਡੀਆ ਰਾਹੀਂ ਬਹੁਤ ਕੁਝ ਦਿਖਾ ਦਿੰਦੇ ਹੋ, ਬੜੇ ਤੁਸੀਂ ਕਰਿੰਦੇ ਖੜੇ ਕਰ ਲੈਂਦੇ ਹੋ ਆਪਦੇ ਕੰਗਣਾ ਵਰਗੇ, ਪਰ ਜ਼ਿਆਦਾਤਰ ਜਿਹੜੀ ਗਰਾਊਂਡ ਰਿਐਲਿਟੀ ਹੈ, ਪ੍ਰਧਾਨ ਮੰਤਰੀ ਸਾਹਿਬ ਵਰਲਡ ਲੈਵਲ ਤੇ ਘੁੰਮੇ ਆ, ਬਟ ਉਹਨਾਂ ਦੀ ਇਹ ਨਖੇਦੀ ਹੋਈ ਹੈ, ਬਦਨਾਮੀ ਹੋਈ ਹੈ। ਬਹੁਤੀ ਗਿਣਤੀ ਉਹ ਸੀ ਜਿਨ੍ਹਾਂ ਨੇ ਕਿਹਾ ਕਿ ਇਹ ਕਾਨੂੰਨ ਕਿਸਾਨ ਦੇ ਪੱਖ ਦੇ ਨਹੀਂ, ਗਵਰਨਮੈਂਟ ਧੱਕਾ ਕਰ ਰਹੀ ਹੈ। ਥੋੜੇ ਲੋਕ ਉਹ ਸੀ ਜਿਹੜੇ ਕਹਿ ਰਹੇ ਆ ਬਹੁਤ ਵਧੀਆ। ਉਹਨਾਂ ਨੂੰ ਲੱਗਿਆ ਕਿ ਸਾਨੂੰ ਹੁਣ ਸਾਡੇ ਕੋਲ ਕੋਈ ਆਪਸ਼ਨ ਨਹੀਂ, ਗਿਣਤੀ ਬਹੁਤ ਵੱਧ ਗਈ ਸੀ, ਤਾਂ ਕਰਕੇ ਉਹਨਾਂ ਨੇ ਜਿਹੜਾ ਫੈਸਲਾ ਲਿਆ। ਮੈਂ ਧੰਨਵਾਦ ਵੀ ਕਰੂੰਗਾ, ਸਾਡੇ ਦਿਲ ਬਹੁਤ ਵੱਡੇ ਨੇ। ਮੈਂ ਮੋਦੀ ਸਾਹਿਬ ਦਾ ਥੈਂਕ ਯੂ ਵੀ ਕਰੂੰਗਾ। ਥੈਂਕ ਯੂ ਕਰਦੇ ਹੋ ਜਸ। ਇਹਨਾਂ ਕਿਸਾਨਾਂ ਨੂੰ ਅੱਤਵਾਦੀ, ਨਕਸਲੀਵਾਦੀ, ਖਾਲਿਸਤਾਨੀ ਕਈ ਕੁਝ ਕਿਹਾ ਗਿਆ। ਅੱਜ ਸੰਬੋਧਨ 'ਚ
ਕੁਝ ਕੁ ਕਿਸਾਨ ਕਿਹਾ ਗਿਆ ਵੀ ਇਹ ਕੁਝ ਕੁ ਕਿਸਾਨ ਨੇ ਜਿਨ੍ਹਾਂ ਨੂੰ ਸਮਝ ਨਹੀਂ ਆਏ, ਹਾਲਾਂਕਿ ਪਹਿਲਾਂ ਕੋਈ ਹੋਰ ਨਾਮਾਂ ਦੇ ਨਾਲ ਸੰਬੋਧਨ ਕਰਦੇ ਸੀ। ਤਾਂ ਜਿੱਤ ਹੈ ਸਾਡੀ, ਇਹ ਵੱਡੀ ਗੱਲ ਹੈ। ਜੇ ਉਹਨਾਂ ਨੇ ਕਿਹਾ ਕਿ ਕੁਝ ਕੁ ਕਿਸਾਨ ਨੇ ਜਿਨ੍ਹਾਂ ਨੂੰ ਸਮਝ ਨਹੀਂ ਆਏ, ਨਹੀਂ ਤਾਂ ਪਹਿਲਾਂ ਬਹੁਤ ਮਿਹਰਬਾਨੀ, ਥੈਂਕ ਯੂ। ਥੈਂਕ ਯੂ। ਆ ਲੱਡੂ ਵੰਡੋ ਸਾਰੇ ਪਾਸੇ। ਭਾਈ ਜ਼ਬਰਦਸਤ ਕੀ ਕਹਿਣਾ ਆ, ਕੰਗਣਾ ਨੇ ਅੱਜ ਵੀ ਬਿਆਨ ਦਿੱਤਾ। ਉਹਦਾ ਪਾਗਲ ਹੋ ਗਈ, ਉਹਦੇ ਨਾਲ ਬਾਅਦ ਅੱਜ ਖੁਸ਼ੀ ਦੇ ਮੌਕੇ ਉਹਦੀ ਗੱਲ ਨਾ ਕਰੀਏ। ਉਹਨੂੰ ਨੀਂਦ ਨਹੀਂ ਆਈ ਹੋਣੀ, ਉਹਦੇ ਦਿਮਾਗ ਨੂੰ ਸਦਮਾ ਲੱਗਿਆ ਹੋਊਗਾ ਕਿ ਇਹ ਕੀ ਹੋ ਗਿਆ। ਮੇਰੇ ਆਪਣੇ ਲੋਕਾਂ ਨੇ ਮੇਰੀ ਗੱਲ ਨਹੀਂ ਮੰਨੀ ਤਾਂ ਜਿੱਤ ਹੋ ਗਈ। ਇਹ ਵੱਡੀ ਜਿੱਤ ਸਾਡੇ ਏਕੇ ਦੀ ਆ। ਇਸੇ ਨੂੰ ਕਹਿੰਦੇ ਨੇ ਇਨਸਾਨੀਅਤ ਦੀ ਜਿੱਤ ਹੋਣਾ। ਅੱਜ ਇਹਨਾਂ ਦੇ ਚਿਹਰਿਆਂ ਤੇ ਤੁਸੀਂ ਖੁਸ਼ੀ ਦੇਖ ਸਕਦੇ ਹੋ। ਇਦੋਂ ਵੱਡਾ ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਕੋਈ ਮੈਂ ਖੁਸ਼ੀ ਦਾ ਮਾਹੌਲ ਵੱਧ ਨਹੀਂ ਦੇਖਿਆ। ਸਵੇਰ ਤੋਂ ਮੈਨੂੰ ਲੱਖਾਂ ਫੋਨ ਆ ਰਹੇ ਆ, ਪਟਾਕੇ ਚੱਲ ਰਹੇ ਆ, ਡੀਜੇ ਚੱਲ ਰਹੇ ਆ, ਢੋਲ ਵੱਜ ਰਹੇ ਆ। ਸੋ ਇਹ ਗੱਲ ਅੱਜ ਤੋਂ ਸਮਝ ਲੈਣੀ ਚਾਹੀਦੀ ਹੈ। ਕਿਸਾਨੀ ਹਰ ਇੱਕ ਮੁਲਕ ਦੀ ਰੀੜ੍ਹ ਦੀ ਹੱਡੀ ਆ। ਜੇ ਤੁਸੀਂ ਕਿਸਾਨ ਦਾ ਸਤਿਕਾਰ ਕਰੋਗੇ ਤਾਂ ਹੀ ਤੁਸੀਂ ਹਰ ਇੱਕ ਪਾਸੇ ਨੂੰ ਕਾਮਯਾਬ ਹੋ। ਸੋ ਕਿਸਾਨੀ ਦਾ ਤੇ ਕਿਸਾਨ ਦਾ ਸਤਿਕਾਰ ਕਰੋ। ਕਿਸਾਨ ਨੂੰ ਉੱਤੇ ਚੱਕਣ ਲਈ ਐਦਾਂ ਦੇ ਬਿੱਲ ਬਣਾਓ ਜਿਹੜੇ ਉਹਦੇ ਫੇਵਰ 'ਚ ਹੋਣ, ਉਹਦੇ ਫਿਊਚਰ 'ਚ ਹੋਣ। ਇਹ ਨਾ ਹੋਵੇ ਕਿ ਤੁਸੀਂ ਉਹਨਾਂ ਤੇ ਤਸ਼ੱਦਦ ਕਰੋ। ਗਵਰਨਮੈਂਟ ਸਮਝ ਚੁੱਕੀ ਹੈ ਤੇ ਮੈਨੂੰ ਲੱਗਦਾ ਕਿ ਸਦੀ ਦਾ ਸਭ ਤੋਂ ਵੱਡਾ ਅੰਦੋਲਨ ਹੋ ਕੇ ਗੁਜ਼ਰਿਆ। ਅੱਗੇ ਨੂੰ ਕੋਈ ਗਵਰਨਮੈਂਟ ਜ਼ਰੂਰਤ ਨਹੀਂ ਕਰੂਗੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਵੱਲ ਅੱਖ ਵੀ ਕਰ ਲੈਣ। ਬਹੁਤ ਕੀ ਕਹਿਣਾ ਹੈ, ਸ਼ੁਕਰੀਆ। ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਖੁਸ਼ੀ ਬਾਰੇ? ਜੋ ਅੱਜ ਖੁਸ਼ੀ ਵਾਕਈ ਜੋ ਵਕੀਲ ਦਾ ਸ਼ਬਦ ਜਾਂ ਜਿਹੜੀ ਚੀਜ਼ ਲਈ ਬੈਠੇ ਸੀ ਅੱਜ ਮੰਗ ਮੰਨੀ ਗਈ। ਅੱਜ ਬੇਟਾ ਸਭ ਤੋਂ ਪਹਿਲਾਂ ਮੈਂ ਉਸ ਸ਼ਹੀਦਾਂ ਨੂੰ ਜਿਹੜੇ ਸਾਡੇ ਸੰਘਰਸ਼ੀ ਯੋਧੇ ਕੁਰਬਾਨੀਆਂ ਦੇ ਗਏ ਉਹਨਾਂ ਨੂੰ ਮੈਂ ਸਲਾਮ ਕਰਦੀ ਹਾਂ। ਉਹਨਾਂ ਦੇ ਜਿਹੜੇ ਮੁੱਲ ਪਏ ਨੇ ਸਾਡੇ ਜਿਹੜੇ ਕਾਨੂੰਨ ਰੱਦ ਨੇ। ਦੂਸਰੀ ਪੂਰੇ ਮੈਂ ਵਰਲਡ ਨੂੰ ਔਰ ਪੂਰੇ ਭਾਰਤ ਨੂੰ ਵਧਾਈ ਦਿੰਦੀ ਹਾਂ ਕਿ ਜਿਹੜੇ ਸਾਡੇ ਕਾਨੂੰਨ ਸੀ ਉਹ ਅੱਜ ਰੱਦ ਹੋਏ ਨੇ। ਸੋ ਉਹਨਾਂ ਨੇ ਐਲਾਨ ਕਰਤਾ। ਬਾਕੀ ਅਸੀਂ ਲਿਖਤੀ ਰੂਪ 'ਚ ਲਵਾਂਗੇ, ਉਹਨਾਂ ਚਿਰ ਅਸੀਂ ਬੈਠਾਂਗੇ। ਦੂਸਰੀ ਮੇਰੇ ਬੇਟੇ ਦਾ ਨਾਮ ਗੁਰਵਿੰਦਰ ਸਿੰਘ ਸੀ। ਉਹਨਾਂ ਦੀ ਡੈਥ ਹੋ ਗਈ ਸੀ। ਗਗਨ ਵਿਰਕ ਦੇ ਨਾਂ ਤੇ ਜਾਣਦੇ ਨੇ। ਮੈਂ ਇਕੱਲੀ ਸੀ ਪਰ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਸੀ ਕਿ ਅਸੀਂ ਜਿੱਤ ਕੇ ਜਾਵਾਂਗੇ। ਜਿੱਤ ਸਾਡੀ ਪੱਕੀ ਹੈ। ਕਈ ਪੁੱਛਣ ਦੇ ਬੇਬੇ ਵੀ ਕੀ ਬਣੂਗਾ, ਮੈਂ ਵੀ ਸੀ ਨਹੀਂ ਪੁੱਤ ਯਕੀਨ ਕਰੋ, ਵਿਸ਼ਵਾਸ ਕਰੋ ਸਾਡੇ ਤੇ। ਅਸੀਂ ਸੰਘਰਸ਼ ਲੜ ਰਹੇ ਹਾਂ ਪਰ ਸੰਘਰਸ਼ ਦੀ ਕੁਰਬਾਨੀ ਨੇ ਕਹਿੰਦੇ ਵੀ ਮੋਦੀ ਨਹੀਂ ਮੰਨੇਗਾ। ਮੈਂ ਕਿਹਾ ਮੰਨੇਗਾ। ਉਹਨੂੰ ਪਤਾ ਹੈ ਕਿ ਮੈਂ ਰਾਜਾ ਤੇ ਜਨਤਾ ਤੋਂ ਬਿਨਾਂ ਮੈਂ ਰਾਜਾ ਨਹੀਂ। ਤੇ ਜਨਤਾ ਨੇ ਰਾਜਾ ਬਣਾਇਆ ਤੇ ਪ੍ਰਜਾ ਦੀ ਗੱਲ ਮੰਨੀ। ਅੱਜ ਮੈਂ ਮੋਦੀ ਨੂੰ ਵੀ ਵਧਾਈ ਦਿੰਦੀ ਹਾਂ ਵੀ ਤੁਸੀਂ ਵਧੀਆ ਕੀਤਾ, ਪਰ ਆਪਦੀ ਮਨ ਦੀ ਬਾਤ ਸੁਣੇ, ਪਰ ਸਾਡੀ ਗੱਲ ਸੁਣੀ, ਸਾਡੇ ਜਕਾਰੇ ਸੁਣੇ, ਸਾਡੇ ਲਲਕਾਰੇ ਸੁਣੇ, ਸਾਡੇ ਫੋੜ ਗੂੰਜੇ। ਪੁੱਤ ਵਰਗੇ ਟਰੈਕਟਰ ਸੀ ਜਿਹੜੇ ਸਾਡੇ ਘਰ ਇੱਥੇ ਰਹਿੰਦੇ ਰਹੇ। ਪਰ ਮੈਂ ਇੱਕ ਅਪੀਲ ਹੋਰ ਕਰਦੀ ਮੋਦੀ ਨੂੰ ਵੀ ਜਿਹੜੇ ਸਾਡੇ ਕਿਸਾਨਾਂ ਦੇ ਟਰੈਕਟਰ ਥਾਣਿਆਂ ਵਿੱਚ ਖੜੇ ਨੇ ਉਹ ਦਿੱਤੇ ਜਾਣ। ਜੱਟ ਦਾ ਪੁੱਤ ਹੁੰਦਾ ਉਹ ਵੀ ਉਹਨਾਂ ਨੂੰ ਪਾਸ ਕੀਤੇ ਜਾਣ। ਉਹਨਾਂ ਨੇ ਵੈਸੇ ਕਾਨੂੰਨ ਵੀ ਕਹਿੰਦੇ ਵੀ ਜਿਹੜੇ ਪਰਚੇ ਨੇ ਕਿਸੇ ਤੇ ਵੀ ਨਹੀਂ, ਉਹ ਸਾਰੀ ਲਕੀਰ ਮਾਰਨੀ ਚਾਹੀਦੀ ਹੈ। ਸਭ ਨੂੰ ਆਪਣੇ ਘਰਾਂ 'ਚ ਭੇਜਣਾ ਚਾਹੀਦਾ। ਖੁਸ਼ੀ ਤਾਂ ਹੀ ਹੈ ਜਦੋਂ ਹਰ ਇੱਕ ਚੀਜ਼ ਹਰੇਕ ਦਾ ਘਰੇ ਜਾਊਗਾ। ਟਰੈਕਟਰ, ਕਰਜ਼ੇ ਦੇ ਲਕੀਰ, ਪਰਚਿਆਂ ਦੇ ਲਕੀਰ, ਸਾਰਾ ਕੁਝ ਕਹਿੰਦੇ ਹੋਣਾ ਚਾਹੀਦਾ ਨਾਲ। ਬਿਲਕੁਲ ਹੋਣਾ ਚਾਹੀਦਾ। ਹੁਣ ਸਾਨੂੰ ਉਹਨਾਂ ਆਗੂਆਂ ਦੀ ਲੋੜ ਹੈ ਜਿਹੜੇ ਬਹੁਤ ਸਿਆਣਪ ਦੇ ਨਾਲ, ਨਾ ਕਿ ਦੇਖੋ ਸੈਂਟਰ ਦੀ ਸਰਕਾਰ ਤੋਂ ਬਿਨਾਂ ਸੂਬੇ ਦੀ ਸਰਕਾਰ ਨਹੀਂ ਚੱਲ ਸਕਦੀ। ਸਾਰੀ ਪਾਵਰ ਹੈ ਜਿਹੜੀ ਉਹ ਸੈਂਟਰ ਦੇ ਹੱਥ 'ਚ ਹੈ। ਇੱਥੇ ਸਾਨੂੰ ਉਹ ਕਿਰਦਾਰ ਚਾਹੀਦੇ ਨੇ, ਉਹ ਚਿਹਰੇ ਚਾਹੀਦੇ ਨੇ ਜਿਹੜੇ ਬੜੀ ਸੂਝਵਾਨ ਤਰੀਕੇ ਨਾਲ ਸੈਂਟਰ ਨਾਲ ਗੱਲ ਕਰਨ। ਪੰਜਾਬ ਦੇ ਜਿਹੜੇ ਅਗਲੇ ਮੁੱਦੇ ਨੇ, ਸਭ ਤੋਂ ਵੱਡਾ ਕਰਜ਼ੇ ਦਾ ਮੁੱਦਾ, ਉਹਨਾਂ ਤੇ ਵੀ ਲੀਕ ਮਰਵਾਉਣ ਨਾਲ ਦੀ ਨਾਲ ਲੱਗ ਕੇ ਤੇ ਖੁਸ਼ਹਾਲ ਪੰਜਾਬ ਦੀ ਕਲਪਨਾ ਕਰਨ। ਮੈਂ ਅਰਦਾਸ ਕਰਦਾ ਗੁਰੂ ਮਹਾਰਾਜ ਅੱਗੇ ਕਿ ਜਿੰਨੇ ਵੀ ਇੱਥੋਂ ਚਿਹਰੇ, ਜਿੰਨੇ ਵੀ ਜਥੇਬੰਦੀਆਂ ਦੇ ਮੈਂਬਰ ਨਿਕਲ ਕੇ ਪੰਜਾਬ 'ਚ ਜਾਣਗੇ, ਉਹ ਪੰਜਾਬ ਦੀ ਬਿਹਤਰੀ ਦੀ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਰਹਿਣ ਲਗਾਤਾਰ। ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਦੀ ਹਾਂ ਜਿਹੜੇ ਮੇਰੇ ਅਮਰੀਕਾ, ਕੈਨੇਡਾ, ਅਮਰੀਕਾ, ਇੰਗਲੈਂਡ, ਮੈਂ ਨਾਂ ਨਹੀਂ ਗਿਣ ਸਕਦੀ ਪੂਰੇ ਵਰਲਡ ਦੇ, ਪਰ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ, ਆਪਣੀਆਂ ਡਰਾਈਵਰੀਆਂ ਕਰਕੇ, ਆਪਣੇ ਦਸਵੰਧ ਕੱਢ ਕੇ ਸਾਡੇ ਮੋਰਚੇ ਨੂੰ ਚੜ੍ਹਦੀ ਕਲਾ ਤੱਕ ਲਗਾਏ, ਉਹਨਾਂ ਨੂੰ ਮੈਂ ਵਿਦੇਸ਼ਾਂ 'ਚ ਬੈਠੇ ਆਪਣੇ ਨੌਜਵਾਨ ਪੰਜਾਬੀਆਂ ਨੂੰ, ਪੂਰੇ ਦੇਸ਼ ਦੀ ਜਨਤਾ ਨੂੰ ਵਧਾਈ ਦਿੰਦੀ ਹਾਂ ਕਿ ਪੁੱਤਰੋ ਤੁਹਾਨੂੰ ਵਧਾਈ। ਕੀ ਕਹਿਣਾ ਚਾਹੁੰਦੇ? मैं वीरा पूरे भारत को सलाम करती हूँ। मेरा नाम समीम चौधरी है और जितने सिंगर हैं उनके लिए तंदुरुस्ती की दुआ करती हूँ और जितने भारत के किसान हैं उनके लिए दुआ करती हूँ। इतनी हमें खुशी है, लेकिन खुशी जब होगी जब लिखित रूप में हमें तीनों काले कानून वापसी करेगा और एनएसपी पे गारंटी देगा लिखित रूप में, जो कि
राष्ट्रपति अपनी मोहर लगा के हमें देगा बिल पे, तब शमीम चौधरी पूरे भारत के ਜਿੰਨਾ ਚਿਰ ਲਿਖਤੀ ਰੂਪ ਚ ਨਹੀਂ ਸਾਨੂੰ ਮਿਲਦਾ, ਕਹਿੰਦੇ ਉਹਨਾਂ ਚਿਰ ਯਕੀਨ ਨਹੀਂ ਹੁੰਦਾ, ਜਦੋਂ ਲਿਖਤੀ ਰੂਪ ਚ ਮਿਲੂ ਉਦੋਂ ਯਕੀਨ ਹੋਊਗਾ। ਉਡੀਕ ਸਿਰਫ ਸੰਵਿਧਾਨਕ ਤੌਰ ਦੇ ਨਾਲ ਇਸ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆ। ਇੱਧਰ ਹੋ ਜਾਓ ਸਮੀਰ, ਇੱਧਰ ਹੋ ਜਾਓ। ਲੋਕਾਂ 'ਚ ਖੁਸ਼ੀ ਬਹੁਤ ਹੈ ਅੱਜ, ਇੱਥੋਂ ਦੇ ਕਿਸਾਨਾਂ 'ਚ ਖੁਸ਼ੀ ਬਹੁਤ ਹੈ ਤੇ ਇੱਥੋਂ ਦਾ ਜਾਹੋ ਜਲਾਲ, ਇੱਥੋਂ ਦਾ ਤਸਵੀਰਾਂ ਤੁਹਾਡੇ ਤੱਕ ਲਗਾਤਾਰ ਪਹੁੰਚਾ ਰਹੇ। ਜੋੜੀ ਰਹੋ ਸਪੋਕਸਮੈਨ ਟੀਵੀ ਨਾਲ, ਮੈਂ ਸਰਖਾਵਾ ਆਪਣੇ ਸਹਿਯੋਗੀ ਸਮੀਰ ਦੇ ਨਾਲ, ਰੋਜ਼ਾਨਾ ਸਪੋਕਸਮੈਨ ਸਿੰਘੂ ਬਾਰਡਰ, ਦਿੱਲੀ।